ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਗਈ ਗੁਰਬਾਣੀ 12 ਮਹਾਮਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਪਾਵਨ ਅੰਗ 133 ਦੇ ਉੱਪਰ ਸੁਭਾਏਮਾਨ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਸ ਗੁਰਬਾਣੀ ਦੇ ਵਿੱਚ ਜੋ ਮੌਸਮ ਦੀ ਤਬਦੀਲੀ ਹੁੰਦੀ ਏ, ਮੌਸਮ ਦੇ ਵਿੱਚ ਬਦਲਾਅ ਆਉਂਦਾ ਏ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਿਗਿਆਨੀਆਂ ਨੇ ਜੋ ਖੋਜਾਂ ਕਰ ਲਈਆਂ ਨੇ, ਉਹ ਕਹਿੰਦੇ ਨੇ ਕਿ ਜੋ ਸੂਰਜ ਤੋਂ ਭਾਵੇਂ ਰੁੱਤਾਂ ਬਣਦੀਆਂ ਨੇ, ਔਰ ਇਹ ਜੋ ਰੁੱਤਾਂ ਹਨ, ਕਦੇ ਸਰਦੀ ਆਉਂਦੀ ਹੈ, ਕਦੇ ਗਰਮੀ ਆਉਂਦੀ ਹੈ। ਸੂਰਜ ਦੇ ਕਰਕੇ ਹੀ ਇਹ ਸਾਰੀਆਂ ਹੀ ਰੁੱਤਾਂ, ਕਦੇ ਸਰਦੀ, ਕਦੇ ਗਰਮੀ, ਕਦੇ ਸਾਉਣ, ਕਦੇ ਪਤਝੜ, ਕਦੇ ਬਹਾਰ, ਇਹ ਰੁੱਤਾਂ ਬਣਦੀਆਂ ਨੇ। ਦਿਨ ਰਾਤ ਹੈ ਜੋ, ਉਹ ਵੀ ਸੂਰਜ ਕਰਕੇ ਹੀ ਬਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜੋ 12 ਮਾਹ ਦੀ ਗੁਰਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ, ਜਿੱਥੇ ਆਪ ਜੀ ਅੱਸੂ ਦੇ ਮਹੀਨੇ ਦੇ ਉੱਪਰ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਹੋ। ਇਹ ਮਹੀਨਾ ਜੋ ਕਿ ਇੱਕ ਮਿੱਠੀ ਸੁਹਾਵਣੀ ਰੁੱਤ ਜਿਸ ਦੇ ਵਿੱਚ ਪ੍ਰਾਰੰਭ ਹੁੰਦੀ ਹੈ, ਸ਼ੁਰੂ ਹੁੰਦੀ ਏ, ਭਾਵ ਜਦੋਂ ਭਾਦਰੋਂ ਦਾ ਮਹੀਨਾ ਲੰਘ ਕੇ ਗਿਆ, ਜਿਸ ਦੇ ਵਿੱਚ ਤਰਾਟੇ ਲੱਗਦੇ ਨੇ, ਗਰਮੀ ਹੁੰਦੀ ਏ, ਔਰ ਉਸ ਨੂੰ ਜਦੋਂ ਉਸ ਦੀ ਸਮਾਪਤੀ ਹੋ ਜਾਂਦੀ ਏ, ਉਹ ਖਤਮ ਹੁੰਦਾ ਏ, ਉਸ ਤੋਂ ਉਪਰੰਤ ਅੱਸੂ ਦਾ ਮਹੀਨਾ ਪ੍ਰਾਰੰਭ ਹੁੰਦਾ ਏ, ਜਿੱਥੇ ਰੁੱਤ ਦੀ ਮਿੱਠੀ ਸ਼ੁਰੂਆਤ ਹੁੰਦੀ ਏ। ਉੱਥੇ ਸਤਿਗੁਰੂ ਜੀ ਬਖਸ਼ਿਸ਼ ਕਰਕੇ ਸਾਨੂੰ ਫਰਮਾਉਂਦੇ ਨੇ ਕਿ ਜੋ ਅੱਸੂ ਦਾ ਮਹੀਨਾ ਹੈ, ਇਸ ਮਹੀਨੇ ਦੇ ਅੰਦਰ ਜੀਵ ਰੂਪੀ ਇਸਤਰੀ ਦੇ ਜੋ ਮਨ ਦੇ ਅੰਦਰ ਉਮਾਹੜਾ ਜੋ ਚਾਅ ਪੈਦਾ ਹੋਇਆ, ਵੈਸੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਹਿੰਦੇ ਕਿ ਗੁਰਬਾਣੀ ਦੇ ਅੰਦਰ ਕਿ ਚਾਹੇ ਸਮਾਂ ਕੋਈ ਵੀ ਹੋਵੇ, ਚਾਹੇ ਸਰਦੀ ਦਾ ਹੋਵੇ, ਚਾਹੇ ਗਰਮੀ ਦਾ, ਇਸ ਅੰਦਰ ਦੇ ਅੰਦਰ ਉਸ ਪਰਮੇਸ਼ਰ ਨੂੰ ਮਿਲਣ ਦਾ ਜੋ ਉਮਾਹ ਹੈ, ਜੋ ਚਾਅ ਹੈ, ਉਹ ਸਦੀਵੀ ਰਹਿਣਾ ਚਾਹੀਦਾ ਹੈ। ਕਿਉਂਕਿ ਜਦੋਂ ਆਪਾਂ ਅਖੀਰ ਦੇ ਵਿੱਚ ਜਾ ਕੇ ਬਖਸ਼ਿਸ਼ ਸਤਿਗੁਰੂ ਜੀ ਦੀ ਪੜ੍ਹਾਂਗੇ ਤਾਂ ਦਾਤਾ ਜੀ ਕਹਿੰਦੇ ਕਿ ਮਾ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ। ਕਿਰਪਾ ਕਰੋ ਹਰੇ ਕਿ ਸਾਰੇ ਹੀ ਦੇਣ ਵਾਰ ਮਹੂਰਤਾਂ ਤਿਥ ਭਾਵ ਸਾਰੇ ਹੀ ਵਧੀਆ ਹਨ। ਉਸ ਪਰਮੇਸ਼ਰ ਦੀ ਯਾਦ ਹਿਰਦੇ ਦੇ ਵਿੱਚ ਹੋਣੀ ਚਾਹੀਦੀ ਹੈ। ਅੱਜ ਦੇ ਇਸ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ, ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਕਿ ਅੱਸੂ ਦੇ ਮਹੀਨੇ ਦੇ ਅੰਦਰ ਜਦੋਂ ਜੀਵ ਰੂਪੀ ਇਸਤਰੀ ਦੇ ਅੰਦਰ ਉਸ ਪਰਮੇਸ਼ਰ ਨੂੰ ਮਿਲਣ ਦਾ ਉਮਾਹ ਪੈਦਾ ਹੋਇਆ, ਭਾਵ
ਜਦੋਂ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਭੂ ਪਰਮੇਸ਼ਰ ਪ੍ਰਤੀ ਖਿੱਚ ਬਣ ਗਈ, ਔਰ ਇਹ ਖਿੱਚ ਜੇ ਕਿਸੇ ਹੋਰ ਸਮੇਂ ਦੇ ਵਿੱਚ ਵੀ ਬਣ ਜਾਵੇ ਤਾਂ ਉਹ ਵੀ ਅੱਸੂ ਦਾ ਮਹੀਨਾ ਹੀ ਹੈ। ਕੇਵਲ ਇਹ ਨਹੀਂ ਕਿ ਅੱਸੂ ਦੇ ਮਹੀਨੇ ਦੇ ਵਿੱਚ ਹੀ ਉਸ ਪਰਮੇਸ਼ਰ ਦੀ ਯਾਦ ਹਿਰਦੇ ਦੇ ਵਿੱਚ ਆਵੇ। ਇਹ ਜੋ ਉਮਾੜਾ ਹੈ, ਇਹ ਜੋ ਅੰਦਰ ਉਮਾੜਾ ਪੈਦਾ ਹੋਇਆ, ਭਾਵ ਅੰਦਰ ਉਛਾਲਾ ਆਇਆ, ਕਿਉਂ ਮਿਲੀਐ ਹਰ ਜਾਏ, ਕਿ ਇਸ ਮਿੱਠੀ ਰੁੱਤ ਦੇ ਵਿੱਚ ਜੋ ਪ੍ਰੇਮ ਦਾ ਉਛਾਲਾ ਮੇਰੇ ਅੰਦਰ ਆਇਆ, ਮੇਰੇ ਮਨ ਦੇ ਵਿੱਚ ਤੜਫ ਪੈਦਾ ਹੋਈ ਕਿ ਮੈਂ ਕਿਸ ਤਰ੍ਹਾਂ ਉਸ ਪਰਮੇਸ਼ਰ ਨੂੰ ਮਿਲ ਸਕਾਂ, ਕਿਵੇਂ ਉਹ ਪਰਮੇਸ਼ਰ ਪਤੀ ਦੀ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਸਾਨੂੰ ਕਹਿੰਦੇ ਕਿ ਜਦੋਂ ਇਸ ਤਰ੍ਹਾਂ ਇਨਸਾਨ ਦੇ ਅੰਦਰ, ਮਨੁੱਖ ਦੇ ਅੰਦਰ ਉਸ ਪਰਮੇਸ਼ਰ ਨੂੰ ਮਿਲਣ ਦੇ ਵਾਸਤੇ ਤੜਫ ਪੈਦਾ ਹੋ ਜਾਏ ਨਾ, ਤੇ ਸਮਝ ਲਿਓ ਕਿ ਉਹ ਸਮਾਂ ਅੱਸੂ ਹੈ, ਭਾਵ ਉਹ ਸਮਾਂ ਸੁਹਾਣਾ ਹੈ। ਔਰ ਪ੍ਰੇਮ ਹੈ ਜੋ ਪਹਿਲੇ ਪੰਕਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਪ੍ਰੇਮ, ਭਾਵ ਜਿੱਥੇ ਪ੍ਰੇਮ ਹੈ, ਔਰ ਜਿਸ ਜਗ੍ਹਾ ਤੇ ਪ੍ਰੇਮ ਆ ਜਾਂਦਾ ਏ, ਉਸ ਜਗ੍ਹਾ ਤੇ ਸਾਰੀਆਂ ਖਵਾਇਸ਼ਾਂ, ਇੱਛਾਵਾਂ ਹਨ ਜੋ ਉਹ ਖਤਮ ਹੋ ਜਾਂਦੀਆਂ ਹਨ, ਕੇਵਲ ਰਹਿ ਜਾਂਦਾ ਹੈ ਇਕੱਲਾ ਪ੍ਰੇਮ। ਔਰ ਪ੍ਰੇਮ ਕੈਸਾ ਹੋਣਾ ਚਾਹੀਦਾ ਹੈ? ਪ੍ਰੇਮ ਦੇ ਵਿੱਚ ਕਦੇ ਵੀ ਕੋਈ ਸ਼ਰਤ, ਕੋਈ ਮੰਗਾਂ, ਕੋਈ ਲੋੜਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਪਰਮੇਸ਼ਰ ਉਹ ਲੋੜਾਂ ਸਾਡੀਆਂ ਆਪਣੇ ਆਪ ਹੀ ਸੰਪੂਰਨ ਕਰ ਦਿੰਦੇ ਨੇ। ਜਦੋਂ ਅਸੀਂ ਪਰਮੇਸ਼ਰ ਦੇ ਦਰ ਵੱਲ ਚੱਲਦੇ ਹਾਂ, ਪਰਮੇਸ਼ਰ ਦਾ ਨਾਮ ਜਪਦੇ ਹਾਂ, ਗੁਰਬਾਣੀ ਦੇ ਵਿੱਚ ਜਦੋਂ ਆਪਾਂ ਬਚਨ ਪੜਾਂਗੇ ਕਿ ਪ੍ਰੇਮ ਕੈਸਾ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਬਾਬਾ ਕਬੀਰ ਜੀ ਦੇ ਬਚਨ ਨੇ ਕਿ ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ। ਕਬੀਰ ਜੀ ਨੇ ਬੜੀਆਂ ਉਦਾਹਰਨਾਂ ਦਿੱਤੀਆਂ, ਕਿਤੇ ਕਿਹਾ ਕਿ ਰੋੜਾ ਹੋ ਜਾ, ਤੇ ਫਿਰ ਵੀ ਕਹਿੰਦੇ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਰੋੜਾ ਕਿਸੇ ਨੂੰ ਠੇਡਾ ਲਗਾਵੇਗਾ ਔਰ ਸੁੱਟ ਦੇਵੇਗਾ। ਕਿਤੇ ਕਹਿੰਦੇ ਕਿ ਪਾਣੀ ਹੋ ਜਾ, ਫਿਰ ਕਹਿੰਦੇ ਕਿ ਪਾਣੀ ਵੀ ਤੱਤਾ ਹੋ ਜਾਂਦਾ ਏ, ਔਰ ਸਰਦੀ ਦੇ ਵਿੱਚ ਠੰਡਾ ਹੋ ਜਾਂਦਾ ਏ, ਕਹਿੰਦੇ ਤਾਂ ਵੀ ਗੱਲ ਨਹੀਂ ਬਣਦੀ। ਫਿਰ ਕਹਿੰਦੇ ਕਿ ਉਹਦੇ ਵਰਗਾ, ਪਰਮੇਸ਼ਰ ਦੇ ਵਰਗਾ ਹੋਣਾ ਪਏਗਾ। ਕਬੀਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਭਾਵ ਜਦੋਂ ਉਸ ਪਰਮੇਸ਼ਰ ਦੇ ਵਰਗਾ ਤੂੰ ਹੋ ਗਿਆ ਮਨੁੱਖ, ਉਸ ਪਰਮੇਸ਼ਰ ਦੇ ਨਾਲ ਜੁੜ ਗਿਆ, ਜਦੋਂ ਕੋਈ ਅੰਤਰ ਨਾ ਰਿਹਾ, ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਸ ਤਰ੍ਹਾਂ ਜਲ ਤੋਂ ਤਰੰਗਾਂ ਪੈਦਾ ਹੁੰਦੀਆਂ ਨੇ, ਪਰ ਹੁੰਦਾ ਉਹ ਜਲ ਹੀ ਹੈ, ਔਰ ਤਰੰਗਾਂ ਫਿਰ ਉਸ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਆਪਾਂ ਬਚਨ ਪੜ੍ਹਦੇ ਹਾਂ ਕਿ ਪ੍ਰੇਮ ਕੈਸਾ ਹੋਵੇ। ਪ੍ਰੇਮ ਚਾਹੀਦਾ ਹੈ ਜਿਸ ਤਰ੍ਹਾਂ ਮੱਛੀ ਦਾ ਪਾਣੀ ਦੇ ਨਾਲ ਹੈ, ਜਿਸ ਤਰ੍ਹਾਂ ਚਕਵੀ ਦਾ, ਚਕੋਰ ਦਾ ਉਸ ਚੰਦ ਦੇ ਨਾਲ ਹੈ, ਜਿਸ ਤਰ੍ਹਾਂ ਭਵਰੇ ਦਾ ਫੁੱਲ ਦੇ ਨਾਲ ਹੈ, ਉਹ ਵਾਸਨਾ ਦੇ ਨਾਲ, ਭਾਵ ਇੰਨੀ ਸੁਗੰਧੀ ਦੇ ਵਿੱਚ ਆ ਕੇ ਉਸ ਨੂੰ ਮਾਨਣ ਦਾ ਕਰਕੇ ਉਹ ਬੈਠਾ ਰਹਿੰਦਾ ਹੈ, ਔਰ ਅਖੀਰ ਕਮਲ ਦੇ ਫੁੱਲ ਦੇ ਵਿੱਚ ਹੀ ਬੰਦ ਹੋ ਕੇ ਆਪਣੇ ਸਵਾਸ ਤਿਆਗ ਦਿੰਦਾ ਹੈ। ਪ੍ਰੇਮ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਹੰਡੇ ਘੇੜੇ ਦੀ ਆਵਾਜ਼ ਦੇ ਨਾਲ ਉਸ ਹਿਰਨ ਦਾ ਪ੍ਰੇਮ ਹੈ, ਮਾਰ ਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ। ਇਸ ਸ਼ਬਦ ਦੇ ਜਦੋਂ ਆਪਾਂ ਦਰਸ਼ਨ ਕਰਾਂਗੇ ਕਿ ਭਾਈ ਪ੍ਰੇਮ ਕੈਸਾ ਹੋਣਾ ਚਾਹੀਦਾ ਹੈ, ਸਤਿਗੁਰੂ ਜੀ ਕਹਿੰਦੇ ਕਿ ਉਸ ਪਰਮੇਸ਼ਰ ਦੇ ਨਾਲ ਤੂੰ ਪ੍ਰੇਮ ਬਣਾਉਣਾ ਹੈ, ਫਿਰ ਤੇਰੇ ਵਾਸਤੇ ਜੋ ਅੱਸੂ ਦਾ ਮਹੀਨਾ ਹੈ, ਭਾਵ ਇਹ ਇਕੱਲੇ ਅੱਸੂ ਦੇ ਮਹੀਨੇ ਦੇ ਵਿੱਚ ਹੀ ਨਹੀਂ, ਹਰੇਕ ਸਮਾਂ ਹੀ ਤੇਰੇ ਵਾਸਤੇ ਅੱਸੂ ਦਾ ਮਹੀਨਾ ਹੈ। ਕਿਉਂ ਮਿਲੀਏ ਹਰ ਜਾਏ, ਉਸ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਜੇ ਤੇਰੇ ਅੰਦਰ ਪ੍ਰੇਮ ਹੈ ਉਸ ਪ੍ਰਤੀ, ਫਿਰ ਤੂੰ ਪਰਮੇਸ਼ਰ ਨੂੰ ਮਿਲ ਸਕਦਾ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਦੇ ਵਿੱਚ, ਮੇਰੇ ਤਨ ਦੇ ਵਿੱਚ ਉਸ ਪਰਮੇਸ਼ਰ ਨੂੰ ਮਿਲਣ ਦੇ ਵਾਸਤੇ ਘਣੀ, ਭਾਵ ਬਹੁਤ ਜ਼ਿਆਦਾ ਆਸ ਹੈ ਜੋ ਉਹ ਅੰਦਰ ਪੈਦਾ ਹੋ ਗਈ, ਪਿਆਸ ਪੈਦਾ ਹੋ ਗਈ ਕਿ ਮੈਂ ਉਸ ਪਰਮੇਸ਼ਰ ਨੂੰ ਮਿਲਾਂ, ਉਸ ਵਾਹਿਗੁਰੂ ਦੇ ਦਰਸ਼ਨ ਕਰਾਂ। ਮੇਰਾ ਚਿੱਤ ਲੋਚਦਾ ਹੈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ
ਚਾਤ੍ਰਿਕ ਕੀ ਨਿਆਈ। ਇੱਥੇ ਵੀ ਦਾਤਾ ਜੀ ਕਹਿੰਦੇ ਕਿ ਉਸ ਚਾਤ੍ਰਿਕ ਦੀ ਤਰ੍ਹਾਂ ਮੇਰਾ ਮਨ ਲੋਚਦਾ ਹੈ। ਭਾਵ ਤੁਹਾਨੂੰ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਸਤਿਗੁਰੂ ਸਾਹਿਬ ਜਦੋਂ ਲਾਹੌਰ ਦੀ ਧਰਤੀ ਤੇ ਸਨ ਨਾ, ਤੇ ਮਨ ਦੇ ਵਿੱਚ ਇੰਨਾ ਪ੍ਰੇਮ ਇੰਨਾ ਉਮੜਾ ਆਇਆ ਕਿ ਮੈਂ ਕਿਹੜਾ ਸਮਾਂ ਹੋਵੇ ਜਾ ਕੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਾਂ। ਪਰ ਸਤਿਗੁਰੂ ਜੀ ਦੇ ਬਚਨ ਸਨ ਕਿ ਜਿੰਨਾ ਚਿਰ ਤੱਕ ਅਸੀਂ ਇੱਧਰੋਂ ਕੋਈ ਸੁਨੇਹਾ ਨਹੀਂ ਭੇਜਦੇ ਤੁਹਾਨੂੰ ਲੈਣ ਦੇ ਵਾਸਤੇ, ਤੁਹਾਨੂੰ ਆਉਣ ਦੇ ਵਾਸਤੇ, ਤੁਸੀਂ ਉਹਨਾਂ ਚਿਰ ਨਹੀਂ ਆਉਣਾ। ਬੜਾ ਮਨ ਦੇ ਅੰਦਰ ਵੈਰਾਗ ਸੀ, ਪ੍ਰੇਮ ਸੀ। ਐਸਾ ਪ੍ਰੇਮ ਹੋਣਾ ਚਾਹੀਦਾ ਹੈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਕਿਉਂਕਿ ਉਸ ਪਰਮੇਸ਼ਰ ਨੂੰ ਮਿਲਣ ਤੋਂ ਬਗੈਰ, ਉਸ ਦੇ ਦਰਸ਼ਨ ਕਰਨ ਤੋਂ ਬਗੈਰ ਇਸ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਕਹਿੰਦੇ ਕਿ ਕੋਈ ਆਣ ਮਿਲਾਵੇ ਮਾਏ, ਹੇ ਮਾਂ ਕੋਈ ਐਸਾ ਹੋਵੇ, ਮਾਏ ਤੋਂ ਭਾਵ ਕੋਈ ਐਸਾ ਮਿਲ ਜਾਵੇ ਕਿ ਮੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾ ਦੇਵੇ, ਮੇਰਾ ਮਿਲਾਪ ਕਰਵਾ ਦੇਵੇ। ਫਿਰ ਸਤਿਗੁਰੂ ਜੀ ਕਹਿੰਦੇ ਕਿ ਕੌਣ ਹੈ ਜੋ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਸਕਦਾ ਹੈ, ਔਰ ਉਹ ਮਿਲਾਪ ਕਰਵਾਉਣ ਦਾ ਜਰੀਆ ਕੌਣ ਬਣੇ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾਂ ਪਾਏ। ਔਰ ਪਰਮੇਸ਼ਰ ਨੂੰ ਮਿਲਾਉਣ ਦਾ ਜਰੀਆ ਬਣਦੇ ਨੇ ਸੰਤ ਜਨ, ਉਸ ਪਰਮੇਸ਼ਰ ਦੇ ਪਿਆਰੇ। ਸੰਤ ਸਹਾਈ ਪ੍ਰੇਮ ਕੇ, ਇੱਥੇ ਕੇ ਲਿਖਿਆ ਹੈ ਸਤਿਗੁਰੂ ਜੀ ਨੇ ਕਿ ਜਿਹੜੇ ਉਸ ਪਰਮੇਸ਼ਰ ਦੇ ਪਿਆਰੇ ਨੇ। ਜੇ ਕਾ ਹੁੰਦਾ ਤੇ ਫਿਰ ਇਸ ਦੇ ਅਰਥ ਕੋਈ ਵੱਖਰੇ ਹੋਣੇ ਸੀ। ਕੇ ਭਾਵ ਜਿਹੜੇ ਉਸ ਪਰਮੇਸ਼ਰ ਦੇ ਪਿਆਰੇ ਨੇ, ਜਿਹੜੇ ਉਸ ਪਰਮੇਸ਼ਰ ਦੇ ਨਾਲ ਜੁੜੇ ਨੇ, ਉਸ ਦੀ ਅਰਾਧਨਾ ਕਰਦੇ ਨੇ। ਹੋਂ ਤਿਨ ਕੇ ਲਾਗਾਂ ਪਾਏ, ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਪੈ ਜਾਂਦਾ ਹਾਂ। ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਜਿਹੜੇ ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿਨ ਦਰ ਭੀਖਿਆ ਪਾਏ। ਕਿ ਜੋ ਤੇਰੇ ਪਰਮੇਸ਼ਰ ਸਤਿਗੁਰੂ ਵਾਹਿਗੁਰੂ ਜੀ ਆਪ ਜੀ ਦੇ ਨਾਮ ਦੇ ਨਾਲ ਜੁੜੇ, ਜਿਨ੍ਹਾਂ ਨੇ ਤੁਹਾਡੇ ਨਾਮ ਦੇ ਨਾਲ ਲਿਵ ਲਾਈ, ਮੈਂ ਉਹਨਾਂ ਦਾ ਦਾਸ ਹੋ ਗਿਆ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਚੁੱਕ ਕੇ ਆਪਣੇ ਮੱਥੇ ਤੇ ਲਾਵਾਂ। ਤਾਂ ਕਰਕੇ ਕਹਿੰਦੇ ਕਿ ਐਸੇ ਸੰਤ ਜਨ ਹਨ ਜੋ ਉਹ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦਿੰਦੇ ਨੇ। ਵੇਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਕਿ ਪ੍ਰਭੂ ਤੋਂ ਬਿਨਾਂ ਸੁਖ ਆਨੰਦ ਮਿਲ ਹੀ ਨਹੀਂ ਸਕਦਾ, ਕਿਉਂਕਿ ਸੁਖ ਆਨੰਦ ਦੀ ਹੋਰ ਕੋਈ ਥਾਂ ਹੀ ਨਹੀਂ ਹੈ। ਕੇਵਲ ਸੁਖ ਹੈ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸੀ ਸ਼ਾਰ ਜਾਣੈ ਕੋਏ ਜਨ। ਮੈਂ ਸਾਰਾ ਹੀ ਸੰਸਾਰ ਫਿਰ ਲਿਆ, ਦੇਖ ਲਿਆ, ਭਰਮਣ ਕਰ ਲਿਆ, ਪਰ ਜੋ ਸੁਖ ਨਾਮ ਦੇ ਵਿੱਚ ਹੈ ਉਹ ਹੋਰ ਕਿਸੇ ਥਾਂ ਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ, ਕਿਸੇ ਤੋਂ ਵੀ ਨਹੀਂ ਮਿਲ ਸਕਦਾ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਜੋ ਆਨੰਦ ਦੀ ਪ੍ਰਾਪਤੀ ਕਰਨੀ ਹੈ, ਭਾਵ ਜੇ ਸੁਖ ਚਾਹੀਦਾ ਹੈ ਤੇ ਫਿਰ ਸਤਿਗੁਰੂ ਜੀ ਕਹਿੰਦੇ ਕਿ ਪਰਮੇਸ਼ਰ ਦਾ ਨਾਮ ਜਪਣਾ ਪਵੇਗਾ। ਸੁਖ ਆਨੰਦ ਦੀ ਪ੍ਰਾਪਤੀ ਹੈ ਜੋ ਉਹ ਪਰਮੇਸ਼ਰ ਤੋਂ ਬਗੈਰ ਨਹੀਂ ਹੋ ਸਕਦੀ। ਵਿਣ ਪ੍ਰਭ ਕਿਉਂ ਸੁਖ ਪਾਈਐ, ਕਿਉਂਕਿ ਸੁਖ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਕੋਈ ਬੇਸ਼ੱਕ ਕਹੀ ਜਾਏ ਕਿ ਮੇਰੇ ਕੋਲ ਬੜਾ ਧਨ ਜਾਇਦਾਦ ਦੌਲਤ ਹੈ। ਅੱਜ ਅਸੀਂ ਦੇਖਦੇ ਹਾਂ ਜਿਨ੍ਹਾਂ ਘਰਾਂ ਦੇ ਵਿੱਚ ਬੜੀ ਜਾਇਦਾਦ ਵੀ ਹੈ ਨਾ, ਦੌਲਤ ਵੀ ਹੈ, ਬਹੁਤ ਜ਼ਿਆਦਾ ਕੁਝ ਹੈ, ਪਰ ਫਿਰ ਵੀ ਭਾਈ ਸੁਖ ਨਹੀਂ। ਉਸ ਦੇ ਨਾਲੋਂ ਜੋ ਗਰੀਬ ਹਨ, ਜਿਨ੍ਹਾਂ ਦੇ ਕੋਲ ਜ਼ਿਆਦਾ ਧਨ ਦੌਲਤ ਨਹੀਂ, ਉਹ ਜ਼ਿਆਦਾ ਸੁਖ ਦੇ ਵਿੱਚ ਰਹਿੰਦੇ ਨੇ। ਔਰ ਸਤਿਗੁਰੂ ਜੀ ਕਹਿੰਦੇ ਕਿ ਉਸ ਪਰਮੇਸ਼ਰ ਦੇ ਨਾਮ ਤੋਂ ਬਗੈਰ ਸੁਖ ਨਹੀਂ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਆਨੰਦ ਦੀ ਅਵਸਥਾ ਉਹ ਗੁਰੂ ਤੋਂ ਪ੍ਰਾਪਤ ਹੋ ਸਕਦੀ ਹੈ, ਔਰ ਗੁਰੂ ਤੋਂ ਬਗੈਰ ਇਹ ਅਵਸਥਾ ਹੈ ਜੋ ਉਹ ਕੋਈ ਪ੍ਰਾਪਤ ਨਹੀਂ ਕਰਵਾ ਸਕਦਾ। ਤਾਂ ਹੀ ਸਤਿਗੁਰੂ ਜੀ ਕਹਿੰਦੇ ਕਿ ਦੂਜੀ ਨਾ ਹੀ ਜਾਏ, ਹੋਰ ਕੋਈ ਦੂਜੀ ਥਾਂ ਕੋਈ ਜਗ੍ਹਾ ਨਹੀਂ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਵਡਭਾਗੀਆਂ ਨੇ, ਜਿਨ੍ਹਾਂ ਨੇ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਲਿਆ, ਉਹਨਾਂ ਨੂੰ ਹੋਰ ਜਿਹੜੇ ਦੂਜੇ ਸਾਰੇ ਹੀ ਸਵਾਦ ਉਹ ਫਿੱਕੇ ਲੱਗਣ ਲੱਗ ਪਏ।
ਉਹ ਮਾਇਆ ਵੱਲੋਂ ਉਪਰਾਮ ਹੋ ਗਏ, ਇਸ ਦੁਨੀਆ ਦੇ ਵੱਲੋਂ ਉਪਰਾਮ ਹੋ ਗਏ, ਦੁਨੀਆ ਦੇ ਸੁੱਖ ਉਹਨਾਂ ਨੂੰ ਭੁੱਲ ਗਏ ਔਰ ਕੇਵਲ ਯਾਦ ਰਹਿ ਗਿਆ ਕੇਵਲ ਉਸ ਪਰਮੇਸ਼ਰ ਦਾ ਨਾਮ। ਕਿਉਂਕਿ ਜਦੋਂ ਉਸ ਪਰਮੇਸ਼ਰ ਦੇ ਨਾਮ ਦੀ ਗੱਲ ਆਵੇਗੀ, ਜਦੋਂ ਉਸ ਪਰਮੇਸ਼ਰ ਦੇ ਚਿੰਤਨ ਦੀ ਗੱਲ ਆਵੇਗੀ, ਉਸ ਦੇ ਘਰ ਦੀ ਗੱਲ ਆਵੇਗੀ, ਤਾਂ ਫਿਰ ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਜਿਨ੍ਹਾਂ ਨੇ ਉਸ ਦੀ ਆਰਾਧਨਾ ਕਰ ਲਈ, ਜਿਨ੍ਹਾਂ ਨੇ ਉਸ ਨੂੰ ਪਾਉਣ ਦਾ ਉਪਰਾਲਾ ਕਰ ਲਿਆ, ਉਹਨਾਂ ਦੇ ਅੰਦਰੋਂ ਜੋ ਤਪਤ ਸੀ ਉਹ ਖਤਮ ਹੋ ਗਈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਉਸ ਪ੍ਰਭੂ ਦੇ ਪ੍ਰੇਮ ਰਸ ਨੂੰ ਚੱਖ ਲਿਆ ਉਹ ਤ੍ਰਿਪਤ ਹੋ ਗਏ, ਭਾਵ ਉਹ ਰੱਜ ਗਏ। ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਕਿ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦਿਰੜਾਵੈ ਰਾਮ ਰਾਜੇ। ਉਹ ਸ਼ੀਤਲਤਾ ਦੇ ਨੇੜੇ ਲੈ ਜਾਂਦਾ ਹੈ ਨਾਮ, ਔਰ ਉਸ ਦਾ ਨਤੀਜਾ ਕੀ ਹੁੰਦਾ ਹੈ? ਉਸ ਨੂੰ ਫਿਰ ਜੋ ਸਾਰੇ ਇਹ ਦੁਨੀਆ ਦੇ ਸੁੱਖ ਹਨ ਉਹ ਫਿੱਕੇ ਲੱਗਦੇ ਹਨ। ਸਤਿਗੁਰੂ ਜੀ ਕਹਿੰਦੇ ਕਿ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਜਦੋਂ ਪਰਮੇਸ਼ਰ ਦਾ ਨਾਮ ਜਪ ਲਿਆ ਔਰ ਫਿਰ ਉਹ ਜੋ ਸ਼ੀਤਲਤਾ ਅੰਦਰ ਦੇ ਵਿੱਚ ਆ ਗਈ, ਜੋ ਸ਼ੀਤਲਤਾ ਨਾਮ ਜਪਣ ਦੇ ਨਾਲ ਸਾਨੂੰ ਪ੍ਰਾਪਤ ਹੋਈ, ਉਹ ਚੰਦਰਮਾ ਦੀ ਰੋਸ਼ਨੀ ਨਹੀਂ ਦੇ ਸਕਦੀ, ਉਹ ਸ਼ੀਤਲਤਾ ਸਾਨੂੰ ਸਰਦੀ ਦੀ ਰੁੱਤ ਨਹੀਂ ਦੇ ਸਕਦੀ। ਔਰ ਐਸਾ ਹਿਰਦਾ ਬਣ ਗਿਆ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਧਿਆਵੈ। ਉਹਨਾਂ ਦੀਆਂ ਸਾਰੀਆਂ ਹੀ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ, ਬੰਦਾ ਰੱਜ ਜਾਂਦਾ ਹੈ, ਬੰਦੇ ਨੂੰ ਸੰਤੋਖ ਆ ਜਾਂਦਾ ਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ, ਆਪ ਤਿਆਗ ਬੇਨਤੀ ਕਰੈ, ਲੇਹੋ ਪ੍ਰਭੂ ਲੜ ਲਾਏ। ਭਾਵ ਆਪਾ ਭਾਵ ਛੱਡਣਾ ਹੈ। ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਆਪਣੇ ਲੜ ਲਾ ਲਓ। ਜਿਨ੍ਹਾਂ ਨੂੰ ਪ੍ਰਭੂ ਨੂੰ ਮਿਲਣ ਦਾ ਚਾਅ ਹੈ ਉਹ ਤੇ ਇਹੀ ਅਰਦਾਸਾਂ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਆਪਣੇ ਲੜ ਦੇ ਨਾਲ ਜੋੜ ਲਓ। ਅਸੀਂ ਹਮੇਸ਼ਾ ਆਪ ਜੀ ਦੇ ਦਰ ਦੀ ਸੇਵਾ ਕਰਦੇ ਰਹੀਏ। ਸਾਡਾ ਹਮੇਸ਼ਾ ਹੈ ਜੋ ਵਿਸ਼ਵਾਸ ਉਹ ਆਪ ਜੀ ਦੇ ਵਿੱਚ ਬਣਿਆ ਰਹੇ। ਤੇ ਜਦੋਂ ਜਨ ਇਸ ਤਰ੍ਹਾਂ ਬੇਨਤੀ ਕਰਦਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਸ ਆਪਣੇ ਜਨ ਤੇ ਮਿਹਰਾਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ ਤੇ ਫਿਰ ਉਸ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਔਰ ਜਿਸ ਨੂੰ ਨਾਲ ਮਿਲਾ ਲੈਂਦੇ ਨੇ, ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਨਾਲ ਮਿਲਾ ਲੈਂਦੇ ਨੇ, ਆਪਣੀ ਗਲ ਵਕੜੀ ਦੇ ਵਿੱਚ ਲੈ ਲੈਂਦੇ ਨੇ, ਫਿਰ ਉਹ ਕਦੇ ਵੀ ਮੁੜ ਕੇ ਵਿਛੜਦੀਆਂ ਨਹੀਂ। ਕਿਉਂਕਿ ਇਸ ਭਾਗਾਂ ਵਾਲਿਓ ਅਵਸਥਾ ਐਸੀ ਹੈ ਜਿਨ੍ਹਾਂ ਨੇ ਨਾਮ ਰਸ ਨੂੰ ਚੱਖ ਲਿਆ। ਔਰ ਸਤਿਗੁਰੂ ਜੀ ਦਾ ਦਰ ਵੀ ਐਸਾ ਹੈ, ਕੋਈ ਇੱਕ ਕਦਮ ਚੱਲੇ ਸਹੀ। ਜਿਸ ਤਰ੍ਹਾਂ ਆਪਾਂ ਬਚਨ ਪੜ੍ਹਦੇ ਹਾਂ ਭਾਈ ਸਾਹਿਬ ਜੀ ਦੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਸੀਂ ਇੱਕ ਕਦਮ ਚੱਲਾਂਗੇ, ਸਤਿਗੁਰੂ ਜੀ ਅੱਗੋਂ ਕਰੋੜਾਂ ਹੀ ਪੈਂਡਾ ਹੋ ਕੇ ਸਾਨੂੰ ਮਿਲਦੇ ਨੇ। ਫਿਰ ਤਾਂ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦੇ ਕਿ ਉਹ ਕਿਸ ਤਰ੍ਹਾਂ ਨਹੀਂ ਵਿਛੜਨ ਦਿੰਦਾ, ਕਿਉਂਕਿ ਇਹ ਅਵਸਥਾ ਹੀ ਐਸੀ ਹੈ, ਇਹ ਰੀਤ ਹੀ ਐਸੀ ਹੈ। ਦਾਤਾ ਜੀ ਬਖਸ਼ਿਸ਼ ਕਰਦੇ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ। ਇਹ ਉਸ ਦਾ ਚੰਗਾ ਸੁਭਾਅ ਹੈ ਕਿ ਉਸ ਨੇ ਜਿਨ੍ਹਾਂ ਨੂੰ ਇੱਕ ਵਾਰ ਗਲਵੱਕੜੀ ਦੇ ਵਿੱਚ ਲੈ ਲਿਆ, ਫਿਰ ਉਹਨਾਂ ਨੂੰ ਕਦੀ ਉਹ ਵਿਛੋੜਦਾ ਨਹੀਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਹੁਣ ਕੀ ਹੈ ਕਿ ਜਿਸ ਨੇ ਪਰਮੇਸ਼ਰ ਨੂੰ ਪਾਇਆ, ਉਸ ਨੂੰ ਪਰਮੇਸ਼ਰ ਤੋਂ ਬਗੈਰ ਹੋਰ ਦੂਜਾ ਕੋਈ ਵੀ ਦਿਸਦਾ ਨਹੀਂ। ਕਿਉਂਕਿ ਉਸ ਨੂੰ ਨਿਸ਼ਚਾ ਹੋ ਗਿਆ ਕਿ ਸਦੀਵੀ ਸੁਖ ਹੈ ਜੋ ਉਹ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਹੈ। ਅੱਜ ਬੇਸ਼ੱਕ ਜਿੰਨੇ ਮਰਜੀ ਕੋਈ ਗੁਰੂ ਬਣੇ ਬੈਠੇ ਨੇ, ਪਰ ਸਾਰੇ ਹੀ ਝੂਠੇ ਨੇ। ਕੇਵਲ ਸੱਚਾ ਗੁਰੂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਮਹਾਰਾਜ। ਕਈਆਂ ਨੇ ਦੁਕਾਨਾਂ ਖੋਲ੍ਹੀਆਂ ਨੇ, ਬਹੁਤ ਜਾਣੇ ਬੈਠੇ ਨੇ, ਲੋਕੀ ਜਾਂਦੇ ਨੇ, ਆਪਣਾ ਸਮਾਂ ਵੀ ਬਰਬਾਦ ਕਰਦੇ ਨੇ, ਆਪਣੇ ਪੈਸੇ ਦੀ ਵੀ ਖਰਾਬੀ ਕਰਦੇ ਨੇ, ਪਰ ਇਹ ਸਮਝਦੇ ਨਹੀਂ ਕਿ ਜਿੱਥੋਂ ਸਾਨੂੰ ਸਾਰੇ ਸੁੱਖ ਪ੍ਰਾਪਤ ਮਿਲਣੇ ਨੇ, ਜਿਸ ਜਗ੍ਹਾ ਤੋਂ ਸਾਡੀ ਪੂਰੀ ਪੈਣੀ ਹੈ, ਉਹ ਕੇਵਲ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ। ਔਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਪੈ ਗਈ, ਜਿਨ੍ਹਾਂ ਨੂੰ ਸੋਝੀ ਆ ਗਈ ਇਸ ਗੱਲ ਦੀ, ਉਹ ਸਤਿਗੁਰੂ ਜੀ ਦੇ ਦਰ ਤੇ ਆ ਜਾਂਦੇ ਨੇ ਔਰ ਫਿਰ ਹੋਰ ਦੂਜੀ ਜਗ੍ਹਾ ਤੇ ਨਹੀਂ ਜਾਂਦੇ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ, ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ, ਉਹ ਸਦਾ ਹੀ ਪ੍ਰਭੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ। ਔਰ ਇਸ ਮਿੱਠੀ ਰੁੱਤ ਦੇ ਵਿੱਚ ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਹਨ ਜਿਨ੍ਹਾਂ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਨੇ। ਔਰ ਸਾਡੇ ਵਾਸਤੇ ਜੋ ਨਾਮ ਹੈ, ਜੋ ਪਰਮੇਸ਼ਰ ਦੀ ਬਖਸ਼ਿਸ਼ ਹੈ, ਅਸੀਂ ਉਸ ਨੂੰ ਜਾਪ ਕਰਕੇ, ਉਸ ਦੀ ਆਰਾਧਨਾ ਕਰਕੇ ਹਰੇਕ ਸਮੇਂ ਦੇ ਵਿੱਚ, ਹਰੇਕ ਕਾਲ ਦੇ ਵਿੱਚ, ਹਰੇਕ ਪਹਿਰ ਦੇ ਵਿੱਚ ਹੀ ਸਾਡੇ ਵਾਸਤੇ ਅੱਸੂ ਦਾ ਮਹੀਨਾ ਬਣ ਸਕਦਾ ਹੈ। ਜੋ ਪਰਮੇਸ਼ਰ ਦਾ ਨਾਮ ਜਪਦਾ ਹੈ, ਸ਼ਰਤ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਕਿ ਉਸ ਦਾ ਮਨ ਸੱਚਾ ਹੋਵੇ, ਅੰਦਰੋਂ ਉਸ ਦੇ ਮਨ ਦੇ ਵਿੱਚ ਕੋਈ ਲੋਭ ਨਾ ਹੋਵੇ। ਕਿਉਂਕਿ ਆਪਾਂ ਵਚਨ ਪੜਾਂਗੇ, ਜਾਂ ਲੱਭ ਤਾਂ ਨੇਹੋਂ ਕਿਆ, ਲੱਭ ਤਾਂ ਕੂੜਾ ਨੇਹੋਂ। ਜੇ ਲੋਭ ਹੈ ਤੋ ਜੋ ਤੇਰਾ ਪ੍ਰੇਮ ਹੈ, ਜੋ ਸਨੇਹ ਹੈ, ਉਹ ਭਾਈ ਕੂੜਾ ਹੈ। ਔਰ ਜੇ ਸਨੇਹ ਹੈ ਤੇ ਫਿਰ ਉਸ ਜਗ੍ਹਾ ਤੇ ਲੱਭ ਨਹੀਂ ਹੋ ਸਕਦਾ। ਤੇ ਫਿਰ ਆਪਣੇ ਅੰਦਰ ਨੂੰ ਦਾਤਾ ਜੀ ਕਹਿੰਦੇ ਸਾਧਣਾ ਹੈ। ਭਾਵ ਕਿਵੇਂ ਸਾਧਨਾ? ਕਿਸੇ ਦਾ ਬੁਰਾ ਨਹੀਂ ਕਰਨਾ। ਜੋ ਪਰਮੇਸ਼ਰ ਦਾ ਨਾਮ ਜਪਦਾ ਹੈ, ਪਰ ਕਾ ਬੁਰਾ ਨਾ ਰੱਖੋ ਚੀਤ। ਔਰ ਕਿਸੇ ਦਾ ਵੀ ਬੁਰਾ ਆਪਣੇ ਮਨ ਦੇ ਵਿੱਚ ਖਿਆਲ ਕਰਕੇ ਵੀ ਨਹੀਂ ਕਰਨਾ। ਜੋ ਕਿਸੇ ਦਾ ਬੁਰਾ ਤੱਕਦਾ ਹੈ, ਭਾਵ ਜੋ ਵੀ ਆਪਣੇ ਅੰਦਰ ਬੀਜਦਾ ਹੈ ਉਹੀ ਫਲ ਪ੍ਰਾਪਤ ਹੁੰਦਾ ਹੈ। ਜੋ ਵੀ ਕਿਸੇ ਨੇ ਆਪਣੇ ਅੰਦਰ ਬੀਜਿਆ ਵੈਸਾ ਹੀ ਉਸ ਨੂੰ ਫਲ ਪ੍ਰਾਪਤ ਹੋ ਗਿਆ। ਜੇ ਅਸੀਂ ਨਾਮ ਬੀਜਾਂਗੇ, ਨਾਮ ਦਾ ਫਲ ਮਿਲੇਗਾ, ਸਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਉਸ ਪਰਮੇਸ਼ਰ ਦੇ ਦਰ ਘਰ ਦੀ ਪ੍ਰਾਪਤੀ ਹੋ ਜਾਵੇਗੀ। ਔਰ ਜੋ ਅਸੀਂ ਅੰਦਰ ਆਪਣੇ ਨਫ਼ਰਤ ਬੀਜਾਂਗੇ ਕਿਸੇ ਪ੍ਰਤੀ, ਤੇ ਸਾਡੇ ਫਿਰ ਅੰਦਰ ਐਸੇ ਵਿਕਾਰ ਪੈਦਾ ਹੋ ਜਾਣਗੇ ਔਰ ਜਿਨ੍ਹਾਂ ਦਾ ਕਰਕੇ ਸਾਨੂੰ ਸੰਸਾਰ ਦੇ ਵਿੱਚ ਦੁੱਖ ਵੀ ਸਹੇੜਨੇ ਪੈ ਸਕਦੇ ਨੇ। ਦਾਤੇ ਦੇ ਅੱਗੇ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਿਹਰਾਮਤ ਕਰੋ, ਸਾਨੂੰ ਨਾਮ ਦੀ ਅਸੀਸ ਬਖਸ਼ਿਸ਼ ਕਰਕੇ ਨਿਵਾਜੋ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਕਿ ਨਾਮ ਦਿਓ ਜਿਸ ਦੇ ਨਾਲ ਸਾਡੇ ਮਨ ਦੀ ਭੁੱਖ ਉਤਰ ਜਾਵੇ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਤਿਆਗਣਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਵਿਕਾਰਾਂ ਨੂੰ ਤਿਆਗਣਾ ਹੈ ਔਰ ਨਾਮ ਦੇ ਨਾਲ ਜੁੜਨਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਜਿਸ ਤਰ੍ਹਾਂ ਪਿਛਲਾ ਮਹੀਨਾ ਆਪ ਜੀ ਦਾ ਸੁੱਖਾਂ ਭਰਿਆ ਬਤੀਤ ਹੋਇਆ, ਸਤਿਗੁਰੂ ਜੀ ਮਿਹਰਾਮਤ ਕਰਨ ਆਉਣ ਵਾਲਾ ਸਮਾਂ ਜੋ ਅੱਸੂ ਦਾ ਮਹੀਨਾ ਹੈ, ਆਪਣੀ ਰਜਾ ਦੇ ਵਿੱਚ ਰੱਖ ਕੇ ਸਾਰੇ ਸੰਸਾਰ ਦੇ ਅੰਦਰ ਸਤਿਗੁਰੂ ਜੀ ਸੁੱਖ ਵਰਤਾਵਣ, ਮਿਹਰਾਮਤ ਕਰਨ, ਆਪਣੇ ਦਰ ਦੀ ਪ੍ਰੀਤ ਪ੍ਰਤੀਤ ਭਰੋਸਾ ਬਣਾਈ ਰੱਖਣ ਜੀ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ, ਗੁਰੂ ਕੀ ਸੰਗਤ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।